ਸੋ ਆਪਣਾ ਨੈਕਸਟ ਟੌਪਿਕ ਨੈਕਸਟ ਲੈਕਚਰ ਹੈ ਆਊਟਪੁੱਟ ਡਿਵਾਈਸਿਸ। ਆਊਟਪੁੱਟ ਡਿਵਾਈਸਿਸ ਬੇਸਿਕਲੀ ਕੀ ਹੈ, ਜਿਹੜੇ ਡਿਵਾਈਸਿਸ ਆਪਾਂ ਨੂੰ ਕੋਈ ਆਊਟਪੁੱਟ ਦਿੰਦੇ ਹੈਗੇ ਉਹਨਾਂ ਨੂੰ ਆਪਾਂ ਆਊਟਪੁੱਟ ਡਿਵਾਈਸਿਸ ਦਿੰਦੇ ਹੈਗੇ ਆ, ਜਿਸ ਤਰ੍ਹਾਂ ਪ੍ਰਿੰਟਰ ਹੈ ਜਾਂ ਪਲੋਟਰ ਹੈ। ਸੋ ਆਊਟ ਆਫ ਦੀਜ਼ ਪ੍ਰਿੰਟਰ ਇੱਕ ਬਹੁਤ ਹੀ ਇੰਪੋਰਟੈਂਟ ਡਿਵਾਈਸ ਹੈ ਜਿਹੜਾ ਕਿ ਆਪਣਾ ਆਊਟਪੁੱਟ ਡਿਵਾਈਸ ਹੈ। ਬੇਸਿਕਲੀ ਕੀ ਇਟ ਇਜ਼ ਯੂਜ਼ ਟੂ ਪ੍ਰਿੰਟ ਔਰ ਟੇਕ ਹਾਰਡ ਕਾਪੀ ਆਫ ਅ ਡਾਕੂਮੈਂਟ। ਜਦੋਂ ਆਪਾਂ ਨੂੰ ਕੋਈ ਪੇਜ ਦੇ ਉੱਪਰ ਹਾਰਡ ਕਾਪੀ ਲੈਣੀ ਆ ਆਪਾਂ ਕਿਸੇ ਡਾਕੂਮੈਂਟ ਦੀ, ਨਾਰਮਲੀ ਆਪਣੀ ਜਦੋਂ ਆਪਾਂ ਸਿਸਟਮ 'ਚ ਡਾਟਾ ਰੱਖਿਆ ਹੁੰਦਾ ਆਪਣੀ ਸੌਫਟ ਕਾਪੀ ਹੁੰਦੀ ਹੈਗੀ ਆ। ਜਦੋਂ ਆਪਾਂ ਨੂੰ ਕਿਸੇ ਪੇਜ ਦੇ ਉੱਪਰ ਪ੍ਰਿੰਟ ਕਰਾਉਣੇ ਹੈਗੇ ਆ, ਉਸ ਚੀਜ਼ ਨੂੰ ਆਪਾਂ ਕੀ ਆ, ਆਪਾਂ ਹਾਰਡ ਕਾਪੀ ਕਹਿ ਦਿੰਦੇ ਹੈਗੇ ਆ। ਸੋ ਪ੍ਰਿੰਟਰ ਦਾ ਮੇਨ ਪਰਪਸ ਹੈ ਟੂ ਗਿਵ ਅਸ ਹਾਰਡ ਕਾਪੀ ਐਂਡ ਇਨ ਦੀ ਫਾਰਮ ਆਫ ਪ੍ਰਿੰਟ ਆਊਟ। ਸੋ ਪ੍ਰਿੰਟਰ ਨੂੰ ਜੇ ਆਪਾਂ ਡਿਵਾਈਡ ਕਰੀਏ ਤਾਂ ਬੇਸਿਕਲੀ ਮੇਜਰ ਦੋ ਟਾਈਪਸ ਇਹਦੀਆਂ ਹੈਗੀਆਂ, ਇੰਪੈਕਟ ਐਂਡ ਨਾਨ ਇੰਪੈਕਟ। ਇੰਪੈਕਟ ਪ੍ਰਿੰਟਰ ਔਰ ਨਾਨ ਇੰਪੈਕਟ। ਇੰਪੈਕਟ ਪ੍ਰਿੰਟਰ ਜਿਹੜਾ ਹੁੰਦਾ ਬੇਸਿਕਲੀ ਜੋ ਇੰਪੈਕਟ ਦਾ ਜੇ ਆਪਾਂ ਇੰਗਲਿਸ਼ ਮੀਨਿੰਗ ਦੇਖੀਏ ਕਿਸ ਚੀਜ਼ 'ਤੇ ਪ੍ਰਭਾਵ ਪੈਣਾ, ਪਰ ਇਹਦੇ 'ਚ ਕੀ ਹੈ, ਇੰਪੈਕਟ ਪ੍ਰਿੰਟਰ ਉਹ ਪ੍ਰਿੰਟਰ ਹੁੰਦੇ ਹੈਗੇ ਜਿਨ੍ਹਾਂ ਵਿੱਚ ਕੁਛ ਨਾ ਕੁਛ ਸਟ੍ਰਾਈਕ ਕਰਦਾ ਹੈਗਾ। ਮੀਨਸ ਕਿ ਜਿਹੜੀ ਪ੍ਰਿੰਟਿੰਗ ਦਾ ਫਿਨੋਮੀਨਾ ਹੈ ਜੋ ਉਹ ਕਿਸੇ ਚੀਜ਼ ਦੀ ਸਟ੍ਰਾਈਕ ਕਰਨਾ ਹੁੰਦਾ ਹੈਗਾ। ਫॉर ਇਹ ਤੁਸੀਂ 올ਡ ਟਾਈਪਰਾਈਟਰਸ ਦੇਖੇ ਹੋਣਗੇ, ਤੁਸੀਂ ਦੇਖਿਆ ਹੋਵੇਗਾ ਇੱਦਾਂ ਕਰਕੇ ਟਾਈਪਿੰਗ ਕਰਦੇ ਆ ਤੁਸੀਂ ਕਾफ़ੀ ਜਗ੍ਹਾ। MOP ਲੈਬ ਜਿਸ ਤਰ੍ਹਾਂ ਆਪਣੇ ਹੈਗੇ ਉੱਥੇ ਵੀ ਬੱਚੇ ਟਾਈਪ ਕਰਦੇ ਹੈਗੇ ਆ। ਉਹ ਵੀ ਵਨ ਵੇ ਆਫ ਪ੍ਰਿੰਟਿੰਗ ਹੈਗਾ। ਉਹਦੇ 'ਚ ਕੀ ਹੈ, ਇੱਕ ਇੰਬੋਸਡ ਹੁੰਦੇ ਹੈਗੇ ਆ, ਕਰੈਕਟਰ ਹੁੰਦੇ ਹੈਗੇ ਆ, ਉਹ ਇੱਕ ਰਿਬਨ 'ਤੇ ਸਟ੍ਰਾਈਕ ਕਰਦੇ ਹੈਗੇ ਆ ਅਤੇ ਉਹ ਸਟ੍ਰਾਈਕ ਕਰਦਾ ਹੈਗਾ। ਉਸ ਤੋਂ ਬਾਅਦ ਪੇਪਰ 'ਤੇ ਇੰਕ ਟਰਾਂਸਫਰ ਹੋ ਜਾਂਦੀ ਹੈਗੀ ਆ। ਸੋ ਉਹਦੇ 'ਚ ਕੁਛ ਨਾ ਕੁਛ ਕੀ ਹੈ, ਸਟ੍ਰਾਈਕ ਕਰ ਰਿਹਾ ਹੁੰਦਾ। ਸੋ ਜਿਹੜੀ ਪ੍ਰੋਸੈਸ ਦੇ ਵਿੱਚ ਕੁਛ ਨਾ ਕੁਛ ਸਟ੍ਰਾਈਕ ਕਰ ਰਿਹਾ ਹੈਗਾ, ਹੈਮਰ ਕਰ ਰਿਹਾ ਜਾਂ ਕਹਿ ਲਓ ਕੋਈ ਪਿਨ ਸਟ੍ਰਾਈਕ ਕਰ ਰਹੀ ਹੈ, ਉਸ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ, ਇੰਪੈਕਟ ਪ੍ਰਿੰਟਰ। ਅਤੇ ਜਿਨ੍ਹਾਂ ਦੇ ਵਿੱਚ ਇਹ ਚੀਜ਼ ਨਹੀਂ ਹੁੰਦਾ ਹੈ, ਜਿਨ੍ਹਾਂ 'ਚ ਕੋਈ ਹੋਰ ਆਪਾਂ ਕੋਈ ਫਿਨੋਮੀਨਾ ਯੂਜ਼ ਕਰਦੇ ਹੈਗੇ ਆ, ਡਾਇਰੈਕਟ ਸਟ੍ਰਾਈਕ ਨਹੀਂ ਕਰਦਾ, ਕੋਈ ਫਿਜ਼ੀਕਲੀ ਕੋਈ ਹੈਮਰ ਜਾਂ ਪਿਨ ਸਟ੍ਰਾਈਕ ਨਹੀਂ ਕਰਦੀਆਂ, ਉਹਨਾਂ ਨੂੰ ਆਪਾਂ ਨਾਨ ਇੰਪੈਕਟ ਮੀਨਸ ਕੀ ਹੈ, ਜਿਹਦੀ ਕੋਈ ਫਿਜ਼ੀਕਲ ਇੰਪੈਕਟ ਨਹੀਂ ਹੈ ਕੋਈ ਪ੍ਰਿੰਟਿੰਗ ਕਰਨ ਦੇ ਲਈ। ਸੋ ਇੰਪੈਕਟ ਦੇ ਵਿੱਚ ਜ਼ਿਆਦਾਤਰ ਜਿਹੜੇ ਦੋ ਪ੍ਰਿੰਟਰ ਆ ਜਾਂਦੇ ਹੈਗੇ ਆ, ਪ੍ਰਿੰਟਰਸ ਹੋਰ ਵੀ ਹੁੰਦੇ ਆ ਪਰ ਇੰਪੋਰਟੈਂਟ ਜਿਹੜੇ ਆ ਡਾਟ ਮੈਟ੍ਰਿਕਸ ਔਰ ਡੇਜ਼ੀ ਵੀਲ। ਡਾਟ ਮੈਟ੍ਰਿਕਸ ਐਂਡ ਡੇਜ਼ੀ ਵੀਲ। ਸਿਮਿਲਰਲੀ ਜਿਹੜੇ ਨਾਨ ਇੰਪੈਕਟ ਹੈਗੇ ਆ, ਉਹ ਤੁਹਾਡੇ ਜੋ ਲੇਜ਼ਰ ਐਂਡ ਇੰਕਜੈਟ ਪ੍ਰਿੰਟਰ, ਇਹ ਘਰਾਂ 'ਚ ਕਾफ़ੀ ਯੂਜ਼ ਕੀਤੇ ਜਾਂਦੇ ਆ। ਲੇਜ਼ਰ ਪ੍ਰਿੰਟਰ ਆਪਾਂ ਨੋਰਮਲੀ ਯੂਜ਼ ਕਰਦੇ ਹੈਗੇ ਆ, ਅਤੇ ਜੇ ਕਲਰਡ ਪ੍ਰਿੰਟਿੰਗ ਕਰਨੀ ਹੋਏ ਤਾਂ ਇਕਨੋਮੀਕਲ ਜਿਹੜਾ ਹੁੰਦਾ ਹੈਗਾ ਇੰਕਜੈਟ ਪ੍ਰਿੰਟਰ ਹੁੰਦਾ ਹੈਗਾ। ਇਸ ਕਰਕੇ ਇੰਕਜੈਟ ਪ੍ਰਿੰਟਰ ਕਲਰਡ ਪ੍ਰਿੰਟਿੰਗ ਵਾਸਤੇ ਯੂਜ਼ ਕੀਤਾ ਜਾਂਦਾ ਹੈਗਾ। ਡਾਟ ਮੈਟ੍ਰਿਕਸ ਪ੍ਰਿੰਟਰ ਇਹ ਬਹੁਤ ਇਕਨੋਮੀਕਲ ਹੁੰਦੇ ਆ ਪ੍ਰਿੰਟਰ, ਕਿਉਂਕਿ ਇਹ 'ਚ ਰਿਬਨ ਹੁੰਦਾ ਹੈਗਾ, ਬਹੁਤ ਹੀ ਲੋਅ ਕਾਸਟ ਹੁੰਦਾ ਹੈਗਾ। ਇਸ ਕਰਕੇ ਕਾफ़ੀ ਜਗ੍ਹਾ ਤੁਸੀਂ ਦੇਖਿਆ ਹੋਏਗਾ, ਜਿਸ ਜਗ੍ਹਾ 'ਤੇ ਤੁਸੀਂ ਪ੍ਰਿੰਟਿੰਗ ਕਿਤੇ ਵੀ ਦੇਖ ਰਹੇ ਹੋ, ਜੇ ਪ੍ਰਿੰਟਰ ਦੇ ਵਿੱਚੋਂ ਕੋਈ ਸਾਊਂਡ ਆ ਰਹੀ ਹੈਗੀ ਹੈ ਟਕ ਟਕ ਦੀ, ਜਾਂ ਕਿਸ ਤਰ੍ਹਾਂ ਕੋਈ ਸਾਊਂਡ ਆ ਰਹੀ ਹੈ, ਜਿਸ ਤਰ੍ਹਾਂ ਕੋਈ ਚੀਜ਼ ਮੂਵ ਕਰ ਰਹੀ ਹੈ, ਸਟ੍ਰਾਈਕ ਕਰ ਰਹੀ ਹੈ, ਤਾਂ ਡੈਫੀਨੇਟਲੀ ਡੈਟ ਪ੍ਰਿੰਟਰ ਵਿਲ ਬੀ ਆਫ ਇੰਪੈਕਟ ਟਾਈਪ। ਉਹ ਪ੍ਰਿੰਟਰ ਕਿਹੜਾ ਹੋਏਗਾ, ਇੰਪੈਕਟ ਹੋਏ, ਚਾਹੇ ਡਾਟ ਮੈਟ੍ਰਿਕਸ ਹੋਵੇ ਚਾਹੇ ਡੇਜ਼ੀ ਵੀਲ। ਜ਼ਿਆਦਾਤਰ ਪੁਰਾਣੇ ਜਿਹੜੇ ਪ੍ਰਿੰਟਰ ਹੁੰਦੇ ਸੀਗੇ ਜ਼ਿਆਦਾਤਰ ਡਾਟ ਮੈਟ੍ਰਿਕਸ ਹੁੰਦੇ ਸੀ, ਪਰ ਅੱਜ ਕੱਲ੍ਹ ਲੇਜ਼ਰ ਪ੍ਰਿੰਟਰ ਕਿਸ ਟਾਈਮ ਕਾਸਟਲੀ ਸੀ, ਅੱਜ ਕੱਲ੍ਹ ਇਹ ਵੀ ਇਕਨੋਮੀਕਲ ਹੋ ਗਿਆ। ਉਸ ਦੀ ਵਜ੍ਹਾ ਨਾਲ ਕੀ ਹੈ, ਡਾਟ ਮੈਟ੍ਰਿਕਸ ਪ੍ਰਿੰਟਰ ਵੀ ਆਬਸਲੀਟ ਹੋ ਚੁੱਕੇ ਆ, ਬਹੁਤ ਘੱਟ ਯੂਜ਼ ਕੀਤੇ ਜਾਂਦੇ ਹੈਗੇ ਆ। ਜ਼ਿਆਦਾਤਰ ਲੇਜ਼ਰ ਪ੍ਰਿੰਟਰ ਯੂਜ਼ ਕੀਤੇ ਜਾਂਦੇ ਹੈਗੇ, ਮੋਨੋਕ੍ਰੋਮ ਲੇਜ਼ਰ ਕਹਿੰਦੇ ਹੈਗੇ, ਬਲੈਕ ਕਲਰਸ ਜਿਹੜੀ ਇੰਕ ਹੁੰਦੀ ਹੈ। ਸੋ ਸਭ ਤੋਂ ਪਹਿਲਾਂ ਆਪਾਂ ਜਿਹੜਾ ਪ੍ਰਿੰਟਰ ਸਟੱਡੀ ਕਰਨਾ ਹੈਗਾ, ਸੋ ਇਸ ਪ੍ਰਿੰਟਰ 'ਚ ਆਪਾਂ ਸਿਰਫ ਡਾਟ ਮੈਟ੍ਰਿਕਸ ਪ੍ਰਿੰਟਰ ਹੀ ਸਟੱਡੀ ਕਰਾਂਗੇ। ਸੋ ਡਾਟ ਮੈਟ੍ਰਿਕਸ ਪ੍ਰਿੰਟਰ ਜਿਹੜਾ ਹੈਗਾ, ਸੋ ਇਹ ਜਿਹੜਾ ਪ੍ਰਿੰਟਰ ਹੈ ਇਹ ਇੰਪੈਕਟ ਪ੍ਰਿੰਟਰ ਹੈ। ਸੋ ਆਪਾਂ ਲਿਖ ਸਕਦੇ ਹਾਂ ਇੰਪੈਕਟ ਪ੍ਰਿੰਟਰ। ਇਹ ਟੈਕਸਟ ਤੇ ਗ੍ਰਾਫਿਕਸ ਵਾਸਤੇ ਯੂਜ਼ ਕਰਦਾ ਹੈਗਾ, ਟੈਕਸਟ ਐਂਡ ਗ੍ਰਾਫਿਕਸ ਪ੍ਰਿੰਟ ਕਰਨ ਵਾਸਤੇ ਯੂਜ਼ ਕਰਦੇ ਹਾਂ। ਵਿੱਚ ਕੀ ਹੈ, ਇੱਕ ਪ੍ਰਿੰਟ ਹੈਡ ਸਟ੍ਰਾਈਕ ਕਰਦਾ ਹੈਗਾ ਪ੍ਰਿੰਟਿੰਗ ਦੇ ਲਈ। ਪ੍ਰਿੰਟ ਹੈਡ strikes on a ink ribbon। ਇੰਕ ਰਿਬਨ ਹੁੰਦਾ ਹੈਗਾ ਜਿਸ ਦੇ ਉੱਪਰ ਪ੍ਰਿੰਟ ਹੈਡ ਸਟ੍ਰਾਈਕ ਕਰਦਾ ਹੈਗਾ, ਅਤੇ ਜਿਹੜੀ ਇੰਕ ਹੈਗੀ ਫਰਦਰ ਕੀ ਹੈ, ਪੇਪਰ ਦੇ ਉੱਪਰ ਟਰਾਂਸਫਰ ਹੋ ਜਾਂਦੀ ਹੈਗੀ। ਬੇਸਿਕ ਕੰਸੈਪਟ ਇਹਦਾ ਇਹ ਹੈ, ਬਾਕੀ ਦੀ ਵਰਕਿੰਗ 'ਚ ਕਰਾਂਗੇ। ਇਹਦੇ 'ਚ ਕੀ ਹੈ, ਇਹਦੇ 'ਚ ਪਿੰਸ ਹੁੰਦੀਆਂ, ਸਮਾਲ ਪਿੰਸ ਹੁੰਦੀਆਂ ਹੈਗੀਆਂ। ਜਿਹੜਾ ਹੈਡ ਹੁੰਦਾ ਉਹਦੇ 'ਚ ਪਿੰਸ ਹੁੰਦੀਆਂ ਜਿਹੜੀਆਂ ਕੀ ਆ ਕਰੈਕਟਰ ਨੂੰ ਫੋਰਮ ਕਰਨ ਦੇ ਵਿੱਚ, ਕਰੈਕਟਰ ਨੂੰ
ਬਣਾਉਣ 'ਚ ਹੈਲਪ ਕਰਦੀਆਂ ਹੈਗੀਆਂ। ਫਾਰ ਐਗਜ਼ਾਮਪਲ ਕੀ ਹੈ, ਜਿਹੜਾ ਇਹਦਾ ਹੈੱਡ ਹੁੰਦਾ ਹੈਗਾ, ਉਹ ਹੈੱਡ ਡਿਪੈਂਡ ਕਰਦਾ ਕਿੰਨੇ ਪਿੰਸ ਦਾ। ਸਪੋਜ਼ ਜੇ 9 ਪਿੰਸ ਦਾ ਹੈਗਾ ਹੈੱਡ, 1 2 3 4 5 6 7 8 9, ਸੋ ਇਸ ਫਾਰਮ 'ਚ ਇਹਦਾ ਜੇ ਹੈੱਡ ਡਿਫਰੈਂਟ ਫਾਰਮ 'ਚ ਹੁੰਦੇ ਹੈਗੇ ਆ। ਸੋ ਇਸ ਫਾਰਮ 'ਚ ਇਹਦਾ ਹੈੱਡ ਹੁੰਦਾ ਹੈਗਾ। ਇਹਨਾਂ ਸਾਰਿਆਂ 'ਚ ਕੀ ਪਿੰਸ ਹੁੰਦੀ ਹੈਗੀ ਇੱਦਾਂ, ਇਹ ਮੈਂ ਹੁਣ ਸ਼ੋਅ ਰਾਈਟ ਸਾਈਡ 'ਤੇ ਕਰ, ਅਦਰਵਾਈਜ਼ ਪਿੰਸ ਕੀ ਆ ਆਊਟ ਨਿਕਲਦੀਆਂ, ਇੱਦਾਂ ਬਾਹਰ ਨਿਕਲਦੀਆਂ ਪਿੰਸ ਸਾਰੀਆਂ, ਪਿੰਸ ਬਾਹਰ ਨਿਕਲਦੀਆਂ ਇਹਨਾਂ 'ਚ। ਸੋ ਜਿਹੜਾ ਕਰੈਕਟਰ ਬਣਦਾ ਹੈਗਾ ਉਹ ਕੀ ਹੈ, ਮੈਟ੍ਰਿਕਸ ਦੀ ਫਾਰਮ 'ਚ ਬਣਦਾ ਹੈਗਾ। ਡਾਟ ਮੈਟ੍ਰਿਕਸ ਦਾ ਨਾਮ ਕਿਉਂ ਪਿਆ, ਕਿਉਂਕਿ ਇਹਦੇ 'ਚ ਜਿਹੜਾ ਵੀ ਕਰੈਕਟਰ ਬਣਾਉਣਾ ਹੈਗਾ ਉਹ ਕਿਸ ਤਰ੍ਹਾਂ ਬਣਦਾ ਹੈਗਾ, ਮੈਟ੍ਰਿਕਸ ਆਫ ਡਾਟਸ। ਮੀਨਸ ਕਿ ਜਿਵੇਂ ਤੁਸੀਂ, ਮੈਂ ਇੱਕ ਕਰੈਕਟਰ ਦੀ ਗੱਲ ਕਰਦਾ, ਕੋਈ ਆਪਾਂ ਕਰੈਕਟਰ ਬਣਾ ਰਹੇ ਹੈਗੇ ਆ, ਬੀ ਕਰੈਕਟਰ ਹੈ ਜਾਂ ਐਲ ਬਣਾ ਰਹੇ ਆ, ਸਪੋਜ਼ ਐਲ ਕਰੈਕਟਰ ਹੈ। ਐਲ ਕਰੈਕਟਰ ਲਈ ਤੁਹਾਨੂੰ ਕੀ ਚਾਹੀਦਾ ਹੈਗਾ, ਇੱਕ ਵਰਟੀਕਲ ਲਾਈਨ ਹੋਏਗੀ, ਦੈਨ ਦਿਸ ਲਾਈਨ। ਸੋ ਕੀ ਆ, ਇਹ ਵਾਲਾ ਜਿਹੜਾ ਪ੍ਰਿੰਟ ਹੈਡ ਹੈਗਾ, ਇਹ ਪਹਿਲਾਂ ਕੀ ਹੈ, ਜਿੰਨੀ ਜਗ੍ਹਾ ਤੇ 9 ਡਾਟਸ ਹੈਗੇ ਵਰਟੀਕਲ, ਉਹ ਸਾਰੇ ਸਟ੍ਰਾਈਕ ਹੋਣਗੇ। ਮੀਨਸ ਕੀ ਹੈ, ਇਹ ਜਗ੍ਹਾ ਤੇ ਸਟ੍ਰਾਈਕ ਹੋਏਗੀ ਪਿੰਸ ਦੀ, ਇਹ ਸਾਰੇ ਪਿੰਸ ਕੀ ਆ ਇੰਕ ਨਿਕਲ ਕੇ ਸਟ੍ਰਾਈਕ ਕਰਨਗੇ। ਤੇ ਉਸ ਤੋਂ ਬਾਅਦ ਕੀ ਹੈ, ਇਹ ਫਸਟ ਕਾਲਮ ਹੋ ਜਾਏਗਾ। ਫਿਰ ਸੈਕੰਡ ਕਾਲਮ 'ਚ ਕੀ ਹੈ, ਜਿਹੜੀਆਂ ਇਹ ਵਾਲੀਆਂ ਪਿੰਸ ਹੈਗੀਆਂ ਸਟ੍ਰਾਈਕ ਨਹੀਂ ਕਰਦੀਆਂ ਹੈਗੀਆਂ, ਸਿਰਫ ਕੀ ਆ ਇਹ ਲਾਸਟ ਵਾਲੀ ਪਿੰਨ ਸਟ੍ਰਾਈਕ ਕਰੇਗੀ। ਫਿਰ ਜਦੋਂ ਇੱਦਾਂ ਮੂਵਮੈਂਟ ਹੋਏਗੀ, ਇਹ ਜਿਹੜਾ ਹੈੱਡ ਹੈਗਾ, ਜੇ ਆਪਾਂ ਹੈੱਡ ਦੀ ਮੂਵਮੈਂਟ ਦੇਖੀਏ, ਹੈੱਡ ਇੱਦਾਂ ਮੂਵ ਕਰ ਰਿਹਾ, ਜਦੋਂ ਇਸ ਜਗ੍ਹਾ ਤੇ ਜਾਏਗਾ ਤਾਂ ਕੀ ਕਰੇਗਾ, ਸਾਰੇ ਦੀਆਂ ਸਾਰੀਆਂ ਪਿੰਨ ਸਟ੍ਰਾਈਕ ਕਰਨਗੀਆਂ। ਤੇ ਇੱਥੇ ਕੀ ਹੈ, ਇਹ ਵਾਲੇ ਸਾਰੇ ਜਿਹੜੇ ਡਾਟਸ ਬਣ ਜਾਣਗੇ, ਜਿੰਨੇ ਵੀ ਡਾਟਸ, ਜੇ 9 ਹੈ ਤਾਂ 9 ਡਾਟਸ। ਫਿਰ ਉਸ ਤੋਂ ਬਾਅਦ ਕੀ ਆ, ਆ ਜਿਹੜਾ ਦੂਸਰਾ ਕਾਲਮ ਆ ਦੂਜੀ ਜਾਏਗਾ ਤਾਂ ਕੀ ਕਰੇਗਾ, ਇਹ ਸਾਰੀਆਂ ਪਿੰਸ ਇੱਥੇ ਸਟ੍ਰਾਈਕ ਨਹੀਂ ਕਰਨਗੀਆਂ, ਸਿਰਫ ਜਿਹੜੀ ਲਾਸਟ ਵਾਲੀ ਪਿੰਨ ਆ ਉਹ ਸਟ੍ਰਾਈਕ ਕਰੇਗੀ। ਦੈਨ ਫਿਰ ਜਦੋਂ ਅੱਗੇ ਮੂਵ ਕਰੇਗਾ ਤਾਂ ਇਹ ਵਾਲੀ ਪਿੰਨ ਫਿਰ ਅਗੇਨ ਸਟ੍ਰਾਈਕ ਕਰੇਗੀ, ਬਾਕੀ ਸਾਰੀਆਂ ਪਿੰਨ ਸਟ੍ਰਾਈਕ ਨਹੀਂ। ਸੋ ਮੀਨਸ ਕੀ ਆ, ਪਹਿਲੀ ਰੋ ਪਹਿਲੇ ਕਾਲਮ 'ਚ ਕੀ ਹੈ, ਸਾਰੀਆਂ ਪਿੰਨ ਸਟ੍ਰਾਈਕ ਕਰਨਗੀਆਂ, ਉਸ ਤੋਂ ਬਾਅਦ ਕੀ ਹੈ, ਸਿਰਫ ਲਾਸਟ ਵਾਲੀ ਪਿੰਨ ਸਟ੍ਰਾਈਕ ਕਰੇਗੀ। ਤੇ ਇਹ ਤੁਹਾਡਾ ਕੀ ਹੈ, ਇੱਕ ਕਰੈਕਟਰ ਬਣ ਜਾਏਗਾ। ਜਿਵੇਂ ਤੁਹਾਡਾ ਇੱਕ ਕਰੈਕਟਰ ਬਣ ਗਿਆ, ਇਹ 9x9x5 ਲਾ ਲਿਆ ਜਾਂ 9x4, ਕਿਸੇ ਵੀ ਫਾਰਮੈਟ 'ਚ ਹੋ ਸਕਦਾ ਹੈਗਾ। ਸੋ 5 ਤੇ ਜੇ 9 ਦਾ ਲਿਆ ਤਾਂ ਇੱਕ ਕਰੈਕਟਰ ਬਣ ਗਿਆ। ਸਿਮਿਲਰਲੀ ਕੀ ਹੈ, ਕੋਈ ਹੋਰ ਵੀ ਕਰੈਕਟਰ ਬਣਨਾ ਹੈਗਾ ਤਾਂ ਇਹ ਪਿੰਸ ਦੇ ਅਕੋਰਡਿੰਗਲੀ ਹੈ। ਪਹਿਲੇ ਜੇ ਸਪੋਜ਼ ਇਸੇ ਕਰੈਕਟਰ ਨੂੰ ਆਪਾਂ ਸੀ ਕਰਨਾ ਹੁੰਦਾ, ਸੀ ਕਰੈਕਟਰ, ਤਾਂ ਉਹਨੇ ਕੀ ਕਰਨਾ ਸੀਗਾ, ਇਹ ਵਾਲੀ ਪਿੰਨ ਸਟ੍ਰਾਈਕ ਨਹੀਂ ਕਰਨੀ ਸੀਗੀ, ਇਹ ਵਾਲੀ ਨਹੀਂ ਕਰਨੀ ਸੀ। ਸੈਕੰਡ ਰੋ 'ਚ ਕੀ ਹੋਣਾ ਸੀਗਾ, ਇਹ ਵਾਲੀ ਪਿੰਨ ਸਟ੍ਰਾਈਕ ਕਰਨੀ ਸੀ, ਇਹ ਦੋਨੋਂ ਉੱਪਰ ਵਾਲੀ ਨੀਚੇ। ਸੋ ਇਦਾਂ ਸੀ ਡਿਸਪਲੇ ਹੋਣਾ। ਉਹਦੇ ਲਈ ਕੀ ਸੀ, ਪਹਿਲਾਂ ਕੀ ਹੋਣੀਆਂ ਸੀਗੀਆਂ, 1 2 3 ਜਿਹੜੀਆਂ ਇਹ ਵਾਲੀਆਂ ਪਿੰਨ ਸਟ੍ਰਾਈਕ ਕਰਨੀਆਂ ਸੀਗੀਆਂ। ਜਦੋਂ ਅੱਗੇ ਫਾਰਵਰਡ ਹੋਏਗਾ, ਫਿਰ ਸਿਰਫ 2 ਇਹ ਵਾਲੀਆਂ ਸਟ੍ਰਾਈਕ ਕਰਨੀਆਂ, ਫਿਰ ਉਸ ਤੋਂ ਬਾਅਦ 2 2 2 ਐਂਡ ਸੋ ਔਨ। ਤੁਹਾਡਾ ਕਰੈਕਟਰ ਕੀ ਬਣ ਗਿਆ, ਸੀ। ਸਿਮਿਲਰਲੀ ਜੇ ਡੀ ਬਣਾਉਣਾ ਤਾਂ ਡੀ ਨੂੰ ਕੀ ਹੈ, ਡੀ ਵੀ ਬਣਾ ਸਕਦੇ ਆ, ਜਾਂ ਤੁਸੀਂ ਜੋ ਵੀ ਕਰੈਕਟਰ ਬਣਾਉਣਾ ਹੈਗਾ ਅਕੋਰਡਿੰਗਲੀ ਕੀ ਹੈ, ਉਹ ਕਰੈਕਟਰ ਬਣ ਸਕਦਾ ਹੈਗਾ। ਸੋ ਇਹਦੇ ਜਿਹੜੇ ਪਾਰਟਸ ਹੈਗੇ ਆ, ਇਹ ਜਸਟ ਮੈਂ ਤੁਹਾਨੂੰ ਬੇਸਿਕ ਕਨਸੈਪਟ ਦੱਸਿਆ ਕੀ ਹੈ। ਬੇਸਿਕ ਕਨਸੈਪਟ ਕੀ ਹੈ, ਇਹਦੇ 'ਚ ਕੀ ਹੈ, 3 ਚੀਜ਼ਾਂ ਹੈਗੀਆਂ ਜਿਹੜੀਆਂ ਜ਼ਿਆਦਾਤਰ ਯੂਜ਼ ਹੁੰਦੀਆਂ ਹੈਗੀਆਂ। ਇਹ ਤੁਹਾਡਾ ਪ੍ਰਿੰਟ ਹੈਡ ਹੈ, ਪ੍ਰਿੰਟ ਹੈਡ ਜਿਸ 'ਚੋਂ ਪਿੰਨਾਂ ਨਿਕਲਣਗੀਆਂ, ਇਹ ਪਿੰਸ ਆ ਇਹਨਾਂ 'ਚ, ਠੀਕ ਹੈ। ਇਸ ਤੋਂ ਅੱਗੇ ਕੀ ਹੈ, ਇਹ ਰਿਬਨ ਹੈ, ਇੰਕ ਰਿਬਨ। ਮੀਨਸ ਕੀ ਇਹ 'ਚ ਇੰਕ ਹੈ, ਬਲੂ, ਜਿਸ ਤਰ੍ਹਾਂ ਨਾਰਮਲ ਆਪਣਾ ਰਿਬਨ ਹੁੰਦਾ ਹੈਗਾ ਉਸੇ ਤਰ੍ਹਾਂ ਰਿਬਨ ਹੈ, ਪਰ ਇਹਦੇ 'ਚ ਕੀ ਇੰਕ ਹੋਏਗੀ। ਮੀਨਸ ਕਿ ਇੰਕਡ ਰਿਬਨ ਕਹਿ ਦਿੰਦੇ ਆਪਾਂ ਇਹਨੂੰ, ਜਿਵੇਂ ਬਲੂ ਕਲਰ ਦੀ ਇੰਕ ਜਾਂ ਗ੍ਰੀਨ ਰੈੱਡ ਜਿਹੜੀ ਵੀ ਇੰਕ ਹੋਏਗੀ। ਉਸ ਤੋਂ ਬਾਅਦ ਤੀਜੀ 'ਚ ਆ ਜਾਂਦਾ ਹੈਗਾ ਪੇਪਰ। ਹੁਣ ਕੀ ਹੈ, ਜਿਹੜਾ ਵੀ ਕਰੈਕਟਰ ਬਣਨਾ ਹੈਗਾ, ਉਹ ਪਹਿਲਾਂ ਜਿਹੜੀਆਂ ਪਿੰਨ ਸਟ੍ਰਾਈਕ ਕਰਦੀਆਂ ਹੈਗੀਆਂ ਰਿਬਨ ਤੇ ਰਿਬਨ ਜਿਹੜੀ ਇੰਕ ਹੁੰਦੀ ਕਿੱਥੇ ਟਰਾਂਸਫਰ ਹੋ ਜਾਂਦੀ ਹੈਗੀ ਆ, ਪੇਪਰ ਤੇ। ਸੋ ਕੰਸੈਪਟ ਕੀ ਹੈ, ਸੋ ਇਹ ਤਿੰਨੇ ਇਕੱਠੇ ਜੁੜੇ ਹੋਏ ਆ, ਇੱਦਾਂ ਨਹੀਂ ਵੀ ਡਿਸਟੈਂਸ ਨਹੀਂ ਨਾ ਚਾਹੇਗਾ। ਇਹਦਾ ਮੀਨਸ ਕੀ ਹੈ, ਪ੍ਰਿੰਟ ਹੈਡ ਦੇ ਨੀਚੇ ਰਿਬਨ ਹੈ, ਰਿਬਨ ਦੇ ਨੀਚੇ ਤੁਹਾਡਾ ਕੀ ਹੈ, ਪੇਜ ਹੈ। ਜਦੋਂ ਪਿੰਨ ਸਟ੍ਰਾਈਕ ਕਰਦੀਆਂ ਹੈਗੀਆਂ, ਪਿੰਸ ਦੇ ਅਕੋਰਡਿੰਗਲੀ ਕਰੈਕਟਰ ਬਣਦਾ ਹੈਗਾ। ਤੇ ਸਾਰਾ ਜਿਹੜੀ ਇੰਕ ਜਿਹੜੀ ਹੈਗੀ ਆ ਜਿਹੜੀਆਂ ਪਿੰਸ ਹੈਗੀਆਂ, ਪਿੰਨ ਸਟ੍ਰਾਈਕ ਕਰਨ ਤੋਂ ਬਾਅਦ ਕੀ ਹੈ, ਇੰਕ ਜਿਹੜੀ ਟਰਾਂਸਫਰ ਹੋ ਕੇ ਪੇਪਰ ਤੇ ਆ ਜਾਂਦੀ ਹੈਗੀ ਹੈ। ਜਿਹੜਾ ਕਰੈਕਟਰ ਬਣਾਉਣਾ, ਸੀ ਡੀ ਜਿਹੜਾ ਵੀ ਕਰੈਕਟਰ ਬਣਨਾ, ਉਹ ਕਰੈਕਟਰ ਸਾਰੇ ਬਣ ਜਾਂਦੇ ਹੈਗੇ ਆ। ਉਸ ਤੋਂ ਬਾਅਦ ਕੀ ਹੈ, ਨਵੇਂ ਕਰੈਕਟਰ ਲਈ ਇਹ ਸਾਰੀਆਂ ਪਿੰਸ ਪਿੱਛੇ ਚਲੀਆਂ ਜਾਂਦੀਆਂ, ਫਿਰ ਨਿਊ ਕਰੈਕਟਰ ਬਣਦਾ ਹੈਗਾ। ਸੋ ਜਨਰਲ ਕੰਸੈਪਟ ਕੀ ਹੈ ਇਹਦਾ,
ਤਾਂ ਕਰਕੇ ਇਹਨੂੰ ਕੀ ਕਹਿੰਦੇ ਆ, ਡਾਟ ਮੈਟ੍ਰਿਕਸ ਪ੍ਰਿੰਟਰ ਕਹਿੰਦੇ ਹੈਗੇ ਆ, ਕਿਉਂਕਿ ਡਾਟਸ ਮੈਟ੍ਰਿਕਸ 'ਚ ਬਣਦਾ ਹੈਗਾ, ਕਿਉਂਕਿ ਅਦਰਵਾਈਜ਼ ਇਹਨੂੰ ਆਪਾਂ ਮੈਟ੍ਰਿਕਸ ਕਹਿ ਦਿੰਦੇ ਆ ਇਹ ਵਾਲੀ ਚੀਜ਼ ਨੂੰ। ਇਹ ਮੈਟ੍ਰਿਕਸ ਹੈ, ਜਿਵੇਂ ਇਹ ਕੀ ਹੈ, ਇਹ ਕਿੰਨੇ ਬਾਏ ਕਿੰਨੇ ਦਾ ਮੈਟ੍ਰਿਕਸ ਹੋ ਗਿਆ, ਇਹ ਮੈਟ੍ਰਿਕਸ ਹੈ 4x5 ਦਾ ਮੈਟ੍ਰਿਕਸ ਹੈ। ਸੋ ਮੈਟ੍ਰਿਕਸ ਦੀ ਫਾਰਮ 'ਚ ਬਣਦੇ ਹੈਗੇ ਆ। ਸੋ ਜਨਰਲ ਕੰਸੈਪਟ ਹੈ ਇਹਦਾ। ਹੁਣ ਮੇਨਲੀ ਇਹਦੇ ਆਪਾਂ ਇਹਦੇ ਪਾਰਟਸ ਦੇਖ ਲਈ, ਕਿਹੜੇ ਕਿਹੜੇ ਪਾਰਟਸ ਹੁੰਦੇ ਹੈਗੇ ਆ, ਇੰਪੋਰਟੈਂਟ ਕੰਪੋਨੈਂਟਸ ਕਿਹੜੇ ਆ ਪ੍ਰਿੰਟਰ ਦੇ, ਕਿਹੜੇ ਆ ਕੰਪੋਨੈਂਟਸ ਆਫ ਪ੍ਰਿੰਟਰ ਜਾਂ ਪ੍ਰਿੰਟਰ ਪਾਰਟਸ ਆਫ ਪ੍ਰਿੰਟਰ। ਡਾਟ ਮੈਟ੍ਰਿਕਸ ਪ੍ਰਿੰਟਰ ਦੇ ਕਿਹੜੇ ਕਿਹੜੇ ਪਾਰਟਸ ਹੈਗੇ ਆ। ਫਸਟ ਪਾਰਟ ਜਿਹੜਾ ਹੈਗਾ ਪ੍ਰਿੰਟ ਹੈਡ, ਕਿਉਂਕਿ ਬੇਸਿਕ ਜਿਹੜਾ ਫੰਕਸ਼ਨ ਹੈ ਪ੍ਰਿੰਟਿੰਗ ਦਾ ਕੰਮ ਸਭ ਤੋਂ ਜ਼ਰੂਰੀ ਜਿਹੜਾ ਕਰਨਾ, ਉਹ ਕਿਹਨੇ ਕਰਨਾ ਹੈਗਾ, ਪ੍ਰਿੰਟ ਹੈਡ ਨੇ। ਮੀਨਸ ਕਿ ਜਿਹਦੇ ਥਰੂ ਕੋਈ ਵੀ ਕਰੈਕਟਰ ਪ੍ਰਿੰਟ ਹੋਣਾ ਹੈਗਾ, ਉਹ ਡੈਟ ਇਜ਼ ਪ੍ਰਿੰਟ ਹੈਡ। ਇਹਦੇ 'ਚ ਕੀ ਹੈ, ਬੇਸਿਕਲੀ ਤੁਹਾਨੂੰ ਮੈਂ ਆਲਰੇਡੀ ਦੱਸ ਚੁੱਕਿਆ, ਇਹਦੇ 'ਚ ਕੀ ਹੈ, ਜਿਹੜਾ ਪ੍ਰਿੰਟ ਹੈਡ ਹੈ ਉਹਦੇ 'ਚ ਪਿੰਸ ਹੈਗੀਆਂ, ਇਹ ਸਾਰਾ ਪ੍ਰਿੰਟ ਹੈਡ ਹੈ, ਇਹਦੇ 'ਚੋਂ ਪਿੰਸ ਬਾਹਰ ਆਉਂਦੀਆਂ ਹੈਗੀਆਂ। ਇਹ ਪਿੰਸ ਕੀ ਹੈ, ਜਾਂ ਇਸ ਤਰ੍ਹਾਂ ਮੈਂ ਇੱਧਰ ਦਿਖਾ ਦੇਣਾ ਪਿੰਸ ਬੈਕ ਸਾਈਡ ਤੇ, ਇਹ ਕੀ ਹੈ, ਇਹ ਪਿੰਸ ਹੈ। ਬੇਸਿਕਲੀ ਕੀ ਹੈ, ਇਹ ਜਿਹੜੀਆਂ ਪਿੰਸ ਕੀ ਹੈ, ਸੋਲੇਨਾਇਡ ਹੁੰਦੀ ਇਹਦੇ 'ਚ, ਫਾਇਰਿੰਗ ਸਮਾਲ ਪਿਨ, ਇਸ ਫਾਇਰ ਕਰਨ ਵਾਸਤੇ ਕੀ ਹੈ, ਇੱਕ ਸੋਲੇਨਾਇਡ ਹੁੰਦੀ ਹੈਗੀ ਹੈ, ਸੋਲੇਨਾਇਡ। ਬੇਸਿਕਲੀ ਸੋਲੇਨਾਇਡ ਦਾ ਪਰਪਸ ਕੀ ਹੈ, ਜਦੋਂ ਇਹਨੂੰ ਸੋਲੇਨਾਇਡ ਨੂੰ ਆਪਾਂ ਕਰੰਟ ਦਿੰਦੇ ਹੈਗੇ ਆ, ਤਾਂ ਜਿਹੜੀ ਪਿੰਨ ਨੂੰ ਕਰੰਟ ਮਿਲਦਾ ਹੈਗਾ, ਸੋਲੇਨਾਇਡ ਉਸ ਪਿੰਨ ਨੂੰ ਪੁਸ਼ ਕਰਦੀ ਹੈਗੀ ਹੈ, ਉਸ ਪਿੰਨ ਨੂੰ ਕੀ ਕਰਦੀ ਹੈਗੀ ਹੈ, ਪੁਸ਼ ਕਰ ਦਿੰਦੀ ਹੈਗੀ ਹੈ, ਤਾਂ ਕਿ ਜਿਹੜਾ ਕਰੈਕਟਰ ਬਣਾਉਣਾ ਉਹਦੇ ਅਕੋਰਡਿੰਗਲੀ ਇਹ ਸਟ੍ਰਾਈਕ ਕਰਦੀ ਹੈਗੀ ਹੈ, ਤੇ ਜਿਹਦੇ ਨਾਲ ਡਾਟ ਬਣਦਾ। ਜਦੋਂ ਇਹ ਸੋਲੇਨਾਇਡ ਨੂੰ ਆਪਾਂ ਕਰੰਟ ਦਿੱਤਾ, ਇਹਨੂੰ ਕੀ ਹੈ, ਕਰੰਟ ਦਿੱਤਾ ਇਸ ਚੀਜ਼ ਨੂੰ, ਕਰੰਟ ਸੋਲੇਨਾਇਡ ਕੀ ਹੈ, ਸੋਲੇਨਾਇਡ ਜੋ ਕਰੰਟ ਦਿੱਤਾ ਜਾਂਦਾ ਤਾਂ ਕੀ ਕਰਦਾ, ਜਿਹੜੀ ਪਿੰਨ ਹੁੰਦੀ ਹੈਗੀ ਆ ਪ੍ਰਿੰਟ ਹੈਡ ਦੇ ਵਿੱਚ, ਪ੍ਰਿੰਟ ਹੈਡ 'ਚੋਂ ਪਿੰਨ ਕੀ ਹੈ, ਬਾਹਰ ਨਿਕਲਦੀ ਸਟ੍ਰਾਈਕ ਕਰਦੀ ਹੈ, ਤੇ ਸਟ੍ਰਾਈਕ ਕਰਕੇ ਇੱਕ ਡਾਟ ਬਣਾ ਦਿੰਦੀ ਹੈਗੀ ਹੈ। ਸਿਮਿਲਰਲੀ ਜਿਹੜਾ ਕਰੈਕਟਰ ਬਣਾਉਣਾ ਉਹਦੇ ਅਕੋਰਡਿੰਗਲੀ ਕੀ ਹੈ, ਡਾਟਸ ਬਣ ਜਾਂਦੇ ਹੈਗੇ, ਜਿਵੇਂ ਸੀ ਬਣਨਾ ਤਾਂ ਸੀ ਦੇ ਅਕੋਰਡਿੰਗਲੀ ਡਾਟਸ। ਸੋ ਕੀ ਹੈ, ਹਰੇਕ ਪਿੰਨ ਨੂੰ, ਜਿੰਨੀਆਂ ਪਿੰਸ ਆ ਓਨੀ ਸੋਲੇਨਾਇਡਸ ਹੁੰਦੀਆਂ ਹੈਗੀਆਂ, ਹਰੇਕ ਪਿੰਨ ਨੂੰ ਕੀ ਹੈ, ਸੋਲੇਨਾਇਡਸ ਹੁੰਦੀਆਂ ਹੈਗੀਆਂ, ਜਿੰਨੀਆਂ ਪਿੰਸ ਹੈ, ਜਿਹੜੀ ਸੋਲੇਨਾਇਡ ਨੂੰ ਆਪਾਂ ਕਰੰਟ ਦੇ ਦਿੰਦੇ ਹੈਗੇ ਆ, ਉਹ ਸੋਲੇਨਾਇਡ ਦੀ ਜਿਹੜੀ ਪਿੰਨ ਹੈਗੀ ਆ ਉਹ ਬਾਹਰ ਆਉਂਦੀ ਹੈਗੀ ਆ। ਬਾਹਰ ਆਉਣ ਤੋਂ ਬਾਅਦ ਕੀ ਹੈ, ਇਹ ਇੰਕ ਤੇ ਸਟ੍ਰਾਈਕ ਕਰਦੀ ਹੈ ਰਿਬਨ ਤੇ ਆਪਣਾ ਡਾਟ ਬਣ ਜਾਂਦਾ ਹੈਗਾ। ਉਸ ਤੋਂ ਬਾਅਦ ਕੀ ਹੈ, ਇਹ ਪਿੰਨ ਆਟੋਮੈਟਿਕਲੀ ਇੱਥੇ ਸਪਰਿੰਗ ਹੁੰਦਾ ਹੈਗਾ, ਸਪਰਿੰਗ ਇਹਨੂੰ ਕੀ ਹੈ, ਵਾਪਸ ਉਹਦੀ ਜਗ੍ਹਾ ਵਾਪਸ ਇਹਨੂੰ ਰਿਪੈਲ ਕਰ ਦਿੰਦਾ, ਤੇ ਇਹ ਵਾਪਸ ਆਪਣੀ ਪੋਜੀਸ਼ਨ ਤੇ ਪਿੰਨ ਚਲਾ ਜਾਂਦਾ। ਆਲਰੇਡੀ ਪਿੰਨ ਕੀ ਹੈ, ਇਨਸਾਈਡ ਹੁੰਦਾ ਹੈਗਾ, ਪਰ ਉਸ ਟਾਈਮ ਹੀ ਪਿੰਨ ਨਿਕਲਦਾ ਜਿਸ ਟਾਈਮ ਸੋਲੇਨਾਇਡ ਨੂੰ ਕਰੰਟ ਦਿੱਤਾ ਜਾਂਦਾ ਹੈਗਾ। ਦੂਸਰਾ ਜੋ ਪਾਰਟ ਹੈ ਡੈਟ ਇਜ਼ ਪਲੈਟਨ ਬੇਸਿਕਲੀ ਕੀ ਹੈ, ਇੱਕ ਵਰਡ ਹੈਗਾ ਜਿਹਦੇ ਨਾਲ ਕੀ ਹੈ, ਜਿਹੜੀ ਅੰਦਰ ਸਭ ਪ੍ਰਿੰਟਿੰਗ ਪ੍ਰੋਸੈਸ ਹੋ ਰਹੀ ਹੁੰਦੀ ਹੈਗੀ ਹੈ, ਸਾਰੇ ਏਰੀਆ ਨੂੰ ਕੀ ਕਹਿੰਦੇ ਆਪਾਂ, ਏਰੀਆ ਵੇਅਰ ਹੋਲ ਪ੍ਰਿੰਟਿੰਗ ਪ੍ਰੋਸੈਸ ਇਜ਼ ਡਨ, ਉਹਨੂੰ ਆਪਾਂ ਪਲੈਟਨ ਕਹਿ ਦਿੰਦੇ ਹੈਗੇ ਆ। ਜਿਹੜੇ ਏਰੀਆ 'ਚ ਮਤਲਬ ਤੁਸੀਂ ਸਾਰਾ ਤੁਹਾਨੂੰ ਸਰਫੇਸ ਦੇ ਏਰੀਆ ਦਿਖ ਰਿਹਾ ਹੁੰਦਾ, ਉਹਨੂੰ ਆਪਾਂ ਪਲੈਟਨ ਕਹਿ ਦਿੰਦੇ ਹਾਂ। ਥਰਡ ਕੀ ਹੈ, ਪੇਪਰ ਫੀਡ ਅਸੈਂਬਲੀ, ਪੇਪਰ ਫੀਡ ਅਸੈਂਬਲੀ, ਇਹ ਤਾਂ ਅੰਡਰਸਟੂਡ ਹੈ। ਕੋਈ ਵੀ ਪ੍ਰਿੰਟਰ 'ਚ ਪੇਪਰ ਤੁਸੀਂ ਕਿਸ ਜਗ੍ਹਾ 'ਤੇ ਰੱਖਦੇ ਹੈਗੇ ਆ, ਜਿਹੜੀ ਜਗ੍ਹਾ ਤੁਸੀਂ ਪ੍ਰਿੰਟਰ ਰੱਖਦੇ ਹੈਗੇ ਉਸ ਜਗ੍ਹਾ ਨੂੰ ਆਪਾਂ ਕੀ ਕਹਿੰਦੇ ਆ, ਪੇਜ ਨੂੰ ਰੱਖਦੇ ਹਾਂ, ਸੌਰੀ, ਜਿਹੜੀ ਪ੍ਰਿੰਟਰ ਦੀ ਜਗ੍ਹਾ 'ਤੇ ਪੇਜ ਰੱਖਦੇ ਹੈਗੇ ਉਸ ਨੂੰ ਆਪਾਂ ਪੇਪਰ ਫੀਡ ਅਸੈਂਬਲੀ ਕਹਿੰਦੇ ਆ। ਪੇਪਰ ਫੀਡ ਅਸੈਂਬਲੀ ਦਾ ਕੰਮ ਕੀ ਹੈ, ਜੋ ਤੁਸੀਂ ਪੇਪਰ ਪ੍ਰਿੰਟਰ ਦੇ ਵਿੱਚ ਇਨਸਰਟ ਕਰਤਾ, ਤਾਂ ਆਟੋਮੈਟਿਕਲੀ ਉਸ ਪੇਪਰ ਨੂੰ ਗ੍ਰਿਪ ਕਰਕੇ ਅੰਦਰ ਨੂੰ ਖਿੱਚ ਲੈਂਦਾ ਹੈਗਾ, ਉਸ ਨੂੰ ਕੀ ਕਹਿੰਦੇ ਨੇ ਆਪਾਂ, ਪੇਪਰ ਨੂੰ ਫੈਡ ਕੀਤਾ ਜਾਂਦਾ ਹੈਗਾ, ਉਸ ਅਸੈਂਬਲੀ ਨੂੰ ਕੀ ਕੀਤਾ ਜਾਂਦਾ, ਪੇਪਰ ਫੀਡ ਅਸੈਂਬਲੀ ਕਹਿ ਦਿੰਦੇ ਹੈਗੇ। ਫੋਰਥ ਇਜ਼ ਰਿਬਨ ਕਾਰਟ੍ਰਿਜ, ਰਿਬਨ ਕਾਰਟ੍ਰਿਜ ਰਿਬਨ ਕਾਰਟ੍ਰਿਜ ਕੀ ਹੈ, ਬੇਸਿਕਲੀ ਕੀ ਹੈ, ਇਹ ਕਲਰਡ ਇੰਕ ਵਾਲਾ ਰਿਬਨ ਹੈ, ਕਲਰਡ ਇੰਕਡ ਰਿਬਨ, ਮਤਲਬ ਇਹ ਰਿਬਨ ਹੈ ਜਿਹਦੇ ਵਿੱਚ ਕੀ ਹੈ, ਕਲਰਡ ਇੰਕ ਹੁੰਦੀ ਹੈ, ਜਿਹੜੇ ਕਲਰ ਦਾ ਤੁਸੀਂ ਪ੍ਰਿੰਟਿੰਗ ਕਰਾਉਣੀ ਆ ਉਸ ਕਲਰ ਦਾ ਤੁਸੀਂ ਇਹ ਰਿਬਨ ਫਿਕਸ ਕੀਤਾ ਜਾਂਦਾ ਹੈਗਾ, ਤੇ ਉਹਦੇ ਅਕੋਰਡਿੰਗਲੀ ਹੀ ਉਹਦਾ ਜਿਹੜਾ ਕਲਰ ਹੋਏਗਾ ਉਸੇ ਤਰ੍ਹਾਂ ਦੀ ਤੁਹਾਡੀ ਪੇਪਰ 'ਤੇ ਕਲਰ ਦਾ ਪ੍ਰਿੰਟ ਹੋਏਗਾ। ਦੈਨ ਫਿਫਥ ਇਜ਼ ਕੰਟਰੋਲ
ਬੋਰਡ। ਕੰਟਰੋਲ ਬੋਰਡ ਕੀ ਹੈ, ਜਿਹੜੀ ਸਰਕਟਰੀ ਸਾਰੀ ਜਿਹੜੀ ਹੈਗੀ ਆ, ਜਿਹੜੀ ਸਿਗਨਲਸ ਮਿਲਦੇ ਆ, ਜਿਸ ਤੋਂ ਇੰਟਰਫੇਸ ਮਿਲਦਾ ਹੈਗਾ ਪ੍ਰਿੰਟਰ ਨੂੰ, ਸਿਗਨਲਸ ਜਿਹੜੇ ਮਿਲਦੇ ਹੈਗੇ ਆ ਜਾਂ ਇੰਟਰਫੇਸ ਹੈ, ਉਹ ਸਾਰੇ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ, ਕੰਟਰੋਲ ਬੋਰਡ ਜਾਂ ਸਰਕਟਰੀ ਜਾਂ ਡਰਾਈਵ ਇਲੈਕਟ੍ਰੋਨਿਕਸ ਵੀ ਕਹਿ ਦਿੰਦੇ ਹੈਗੇ ਆ। ਸੋ ਇਹ ਜਿਹੜਾ ਪਾਰਟ ਹੈਗਾ ਸਰਕਟ ਕਹਿ ਸਕਦੇ ਹਾਂ, ਜਿਹੜੀ ਸਰਕਟਰੀ ਸਾਰੀ ਹੈਗੀ ਆ ਉਹ ਕਾਹਦੇ 'ਚ ਹੁੰਦੀ ਹੈ, ਕੰਟਰੋਲ ਬੋਰਡ। ਸੋ ਇਹ ਜਿਹੜੇ 5 ਜਿਹੜੇ ਮੇਜਰ ਕੰਪੋਨੈਂਟਸ ਆ, ਪ੍ਰਿੰਟ ਹੈਡ ਦਾ ਕੰਮ ਪ੍ਰਿੰਟਿੰਗ ਦੇਣੀ ਹੈਗੀ ਆ, ਪਲੈਟਨ 'ਚ ਸਾਰਾ ਕੰਮ ਹੁੰਦਾ ਹੈਗਾ, ਪੇਪਰ ਫੀਡ ਅਸੈਂਬਲੀ ਪੇਪਰ ਫੀਡ ਕਰਦੇ ਆ, ਰਿਬਨ ਦਾ ਕੰਮ ਹੈਗਾ ਆਪਾਂ ਨੂੰ ਜਿਹੜੇ ਕਲਰ ਦੀ, ਜਿਵੇਂ ਬਲੈਕ ਕਲਰ ਦਾ ਰਿਬਨ ਹੈ ਤਾਂ ਬਲੈਕ ਕਲਰ ਦੀ ਪ੍ਰਿੰਟਿੰਗ ਹੋਈ, ਜੇ ਗ੍ਰੀਨ ਹੈ ਤਾਂ ਗ੍ਰੀਨ। ਕੰਟਰੋਲ ਬੋਰਡ 'ਚ ਕੀ ਹੈ, ਸਾਰੀ ਸਰਕਟਰੀ ਹੁੰਦੀ ਹੈਗੀ ਹੈ। ਸੋ ਇਹ ਸਾਰੇ ਇਹਦੇ ਕੀ ਹੈ, 5 ਜਿਹੜੇ ਪਾਰਟਸ ਹੈਗੇ ਆ। ਹੁਣ ਮੈਂ ਇੱਕ ਦੁਬਾਰਾ ਫਿਰ ਤੁਹਾਨੂੰ ਮੈਂ ਐਗਜ਼ਾਮਪਲ ਦੇ ਚੁੱਕਿਆ ਹੈਗਾ, ਦੱਸ ਚੁੱਕਿਆ ਵੀ ਪ੍ਰਿੰਟਿੰਗ ਦਾ ਬੇਸਿਕ ਕਿਸ ਤਰ੍ਹਾਂ ਹੁੰਦਾ ਹੈਗਾ। ਪਿੰਨ ਸਟ੍ਰਾਈਕ ਕਰਦੀ ਹੈਗੀ ਹੈ, ਸੋਲੋਨਾਇਡ ਜਿਹਦੀ ਡਾਇਗਰਾਮ ਆਲਰੇਡੀ ਮੈਂ ਤੁਹਾਨੂੰ ਨੋਟਸ ਵੀ ਦੇ ਰਿਹਾ ਹਾਂ ਵੈਸੇ, ਪਰ ਜੇ ਡਾਇਗਰਾਮ ਮੈਂ ਇਹਦੀ ਦੁਬਾਰਾ ਡਰਾ ਕਰਕੇ ਦੇਖ ਲੈਣਾ ਤੁਹਾਨੂੰ, ਸੋਲੋਨਾਇਡ ਕਿਸ ਤਰ੍ਹਾਂ ਬਣਦੀ ਹੈਗੀ ਆ। ਸੋ ਆਪਾਂ 9 ਸ਼ੋ ਕਰਾਂਗੇ, ਵੀ ਜੇ ਆਪਾਂ 9 ਲਏ ਆ ਤਾਂ 9 ਸ਼ੋ ਕਰਾਂਗੇ। ਬੇਸਿਕਲੀ 9 ਸੋਲੀਨੋਇਡਸ ਹੈ, ਜਿਨ੍ਹਾਂ ਨੂੰ ਕਿ ਕਰੰਟ ਦਿੱਤਾ ਜਾਏਗਾ, ਪਾਵਰ ਦਿੱਤੀ ਜਾਏਗੀ। ਤੇ ਇਹ ਸੋਲੀਨਾਇਡਸ ਦੇ ਵਿੱਚ ਕੀ ਹੈ, ਹਰੇਕ 'ਚ ਪਿੰਸ ਹੈਗੀਆਂ। ਇਹਦੇ ਅੱਗੇ ਕੀ ਅਟੈਚ ਕੀਤਾ ਹੋਏਗਾ, ਇਹਦੇ ਅੱਗੇ ਹੈਡ ਹੈਗਾ, ਇਸ ਜਗ੍ਹਾ ਤੇ ਕੀ ਹੈ, ਦਿਸ ਇਜ਼ ਹੈਡ, ਪ੍ਰਿੰਟ ਹੈਡ। ਪ੍ਰਿੰਟ ਹੈਡ 'ਚ ਕਿੱਦਾਂ ਆਏਗਾ, ਪ੍ਰਿੰਟ ਹੈਡ ਇਹ ਜੇ ਤੁਸੀਂ ਫਰੰਟ ਤੋਂ ਦੇਖੋਗੇ, ਪ੍ਰਿੰਟ ਹੈਡ ਇਦਾਂ ਦਿਖੇਗਾ ਤੁਹਾਨੂੰ, 9 ਪਿੰਸ ਹੋਣਗੀਆਂ, 'ਚ 9 ਪਿੰਸ ਦਾ ਇਹ ਫਰੰਟ ਹੋਏਗਾ ਅੱਗੇ। ਫਿਰ ਇਸ ਤੋਂ ਬਾਅਦ ਕੀ ਹੈ, ਇਹ ਪ੍ਰਿੰਟ ਹੈਡ ਦੇ ਨਾਲ ਹੀ ਇੱਥੇ ਕੀ ਹੈ, ਤੁਹਾਡਾ ਰਿਬਨ ਆ ਜਾਏਗਾ, ਇਸ ਜਗ੍ਹਾ ਤੇ ਕੀ ਆ ਜਾਏਗਾ, ਇਹ ਤੁਹਾਡਾ ਰਿਬਨ ਆ ਗਿਆ, ਰਿਬਨ, ਇੰਕ ਰਿਬਨ ਤੋਂ ਬਾਅਦ ਕੀ ਹੈ, ਇਹ ਅੱਗੇ ਕੀ ਹੈ, ਦਿਸ ਈਅਰ, ਇਹ ਪੇਪਰ ਹੈ। ਹੁਣ ਕੀ ਹੈ, ਨਾਓ ਵਾਟ ਹੈਪਨਸ, ਜਿਹੜਾ ਵੀ ਕਰੈਕਟਰ ਪਿਨ ਸਟ੍ਰਾਈਕ ਕਰਨੀ ਹੈਗੀ ਆ, ਉਹ ਵਾਲੀ ਸਿਗਨਲ ਸੋਲੀਨਾਇਡ ਨੂੰ ਮਿਲਦਾ ਹੈਗਾ। ਸੋਲੀਨਾਇਡ ਪਾਰਟੀਕਲ ਸੋਲੀਨਾਇਡ ਹਰੇਕ ਪਿਨ ਲਈ ਸੋਲੀਨਾਇਡ ਹੈਗੀ ਹੈ, 9 ਪਿੰਸ ਵਾਸਤੇ ਕੀ ਆ, 9 ਸੋਲੀਨਾਇਡਸ ਹੈ। ਹਰੇਕ ਪਿਨ ਸਟ੍ਰਾਈਕ ਕਰੇਗੀ, ਜਿਹੜੀ ਸੋਲੀਨਾਇਡ ਨੂੰ ਪਾਵਰ ਦਿੱਤੀ ਜਾਏਗੀ, ਉਹ ਅਲਟੀਮੇਟਲੀ ਇਹ ਹੈਡ ਜਿਹੜਾ ਸਟ੍ਰਾਈਕ ਕਰੇਗਾ, ਇਹਦੇ 'ਚੋਂ ਪਿਨ ਨਿਕਲ ਕੇ ਕਾਹਦੇ ਸਟ੍ਰਾਈਕ ਕਰੇਗੀ, ਇਹ ਜਿਹੜਾ ਪ੍ਰਿੰਟ ਹੈਡ ਜਿਹੜਾ ਇਹ ਕੀ ਹੈ, ਤੁਹਾਡੇ ਰਿਬਨ ਤੇ ਸਟ੍ਰਾਈਕ ਕਰੇਗੀ। ਰਿਬਨ 'ਚ ਇੰਕ ਹੋਏਗੀ, ਇੰਕ ਜਿਹੜੀ ਜਾ ਕੇ ਕਿੱਥੇ ਟਰਾਂਸਫਰ ਹੋ ਜਾਏਗੀ, ਜੇ ਤੁਸੀਂ ਸਟੈਂਪ ਲਗਾਉਣੇ ਨਾ, ਸਟੈਂਪ ਦੇ ਉੱਪਰ ਕੀ ਹੁੰਦਾ ਹੈਗਾ, ਸਟੈਂਪ ਨੂੰ ਇੱਕ ਜਗ੍ਹਾ ਤੇ ਇੰਕ ਲਗਾ ਲੈਣੇ ਆ, ਉਸ ਤੋਂ ਬਾਅਦ ਪੇਜ ਤੇ ਪ੍ਰੈਸ ਕਰ ਦਿੰਦੇ ਆ। ਸਿਮਿਲਰਲੀ ਕੀ ਹੈ, ਇਹ ਤੁਹਾਡਾ ਕੀ ਹੈ, ਇਹ ਪਿੰਸ ਜਾ ਕੇ ਸਟ੍ਰਾਈਕ ਕਰੇਗੀ ਰਿਬਨ ਦੇ ਥਰੂ ਪੇਪਰ ਤੇ ਪੇਪਰ ਤੇ ਤੁਹਾਡਾ ਜਿਹੜਾ ਇੰਪ੍ਰੈਸ਼ਨ ਬਣੇਗਾ, ਇਹ ਡਾਟ ਦੀ ਫਾਰਮ 'ਚ ਬਣੇਗਾ, ਤੇ ਡਾਟਸ ਦੇ ਕੰਬੀਨੇਸ਼ਨ ਤੋਂ ਇਹ ਕਰੈਕਟਰ ਬਣੇਗਾ। ਤੇ ਨੰਬਰ ਆਫ ਕਰੈਕਟਰਸ ਤੋਂ ਤੁਹਾਡੇ ਕੀ ਆ, ਲਾਈਨਸ ਬਣਦੀਆਂ, ਤੇ ਨੰਬਰ ਆਫ ਲਾਈਨਸ ਤੋਂ ਤੁਹਾਡਾ ਕੀ ਹੈ, ਇੱਕ ਪੇਜ ਬਣ ਜਾਂਦਾ। ਮੀਨਸ ਕਿ ਜੇ ਤੁਹਾਡਾ ਇਹ ਪੇਜ ਹੈ, ਇਹ ਡਾਟਸ ਤੋਂ ਕਰੈਕਟਰ ਬਣਦੇ ਜਾਂਦੇ ਹੈਗੇ ਆ, ਫਿਰ ਲਾਈਨ ਬਣਦੀ ਜਾਂਦੀ ਹੈਗੀ ਆ, ਲਾਈਨਸ ਤੋਂ ਕੀ ਹੈ, ਅਲਟੀਮੇਟਲੀ ਸਾਰਾ ਪੇਜ ਫਿਲ ਹੋ ਜਾਂਦਾ ਹੈਗਾ। ਸੋ ਇੱਕ ਇੱਕ ਕਰੈਕਟਰ ਜਿਹੜਾ ਬਣਦਾ ਹੈਗਾ, ਸਾਰਾ ਕੀ ਹੈ, ਡਾਟਸ ਤੋਂ ਬਣਦਾ ਹੈਗਾ। ਸੋ ਇਸ ਕਰਕੇ ਇਹਦੀ ਜਿਹੜੀ ਕਲੈਰਿਟੀ ਹਮੇਸ਼ਾ ਕੀ, ਰੈਜ਼ੋਲੂਸ਼ਨ ਵੀ ਘੱਟ ਹੁੰਦੀ ਹੈਗੀ ਹੈ, ਡਿਪੈਂਡ ਕਰੇਗੀ ਹੈਡ ਤੇ। ਸੋ ਜਿਹੜੀ ਇਹਦੀ ਟਾਈਮਿੰਗ ਹੈਗੀ ਆ ਸਿਗਨਲਸ ਦੀ, ਕਿਹੜੀ ਸੋਲੀਨਾਇਡ ਨੂੰ ਕਿਹੜਾ ਸਿਗਨਲ ਮਿਲਣਾ ਹੈਗਾ, ਉਹ ਡੈਟ ਇਜ਼ ਪ੍ਰੋਵਾਈਡਡ ਬਾਏ ਦਾ ਪ੍ਰੋਸੈਸਰ, ਉਹ ਪ੍ਰੋਸੈਸਰ ਅਸੈਂਬਲੀ ਹੈਗੀ ਆ, ਉਹਦੇ ਅਕੋਰਡਿੰਗਲੀ। ਹੁਣ ਇਹਦੇ ਐਡਵਾਂਟੇਜ ਕੀ ਹੈਗੇ ਆ, ਇਸ ਪ੍ਰਿੰਟਰ ਦੇ ਐਡਵਾਂਟੇਜ ਕੀ ਹੈਗੇ ਆ, ਤੇ ਡਿਸਐਡਵਾਂਟੇਜ ਕੀ ਹੈ, ਤੇ ਕਨੈਕਸ਼ਨ ਕੀ ਆਪਾਂ ਉਹ ਦੇਖਦੇ ਹੈਗੇ ਆ।
ਇਹਦੇ ਐਡਵਾਂਟੇਜ ਸਭ ਤੋਂ ਇਹ ਕੀ ਹੈ, ਇਕਨੋਮਿਕਲ ਹੈ। ਇਕਨੋਮਿਕਲ ਮੀਨਸ ਕਿ ਸਸਤਾ ਪੈਂਦਾ। ਇਹਦੀ ਜਿਹੜੇ ਰਿਬਨ ਹੈ ਬਹੁਤ ਹੀ ਲੈਸ ਕਾਸਟ ਦੇ ਹੁੰਦੇ ਹੈਗੇ ਆ, ਲੋ ਕਾਸਟ ਦੇ ਹੁੰਦੇ ਹੈਗੇ ਆ, ਇਸ ਕਰਕੇ ਆਪਾਂ ਨੂੰ ਪ੍ਰਿੰਟਿੰਗ ਕਾਸਟ ਆਪਣੀ ਬਹੁਤ ਘੱਟ ਪੈਂਦੀ ਹੈਗੀ ਆ। ਦੂਸਰਾ ਕੀ ਹੈ, ਨੋਰਮਲੀ ਪ੍ਰਿੰਟਰ ਤੁਸੀਂ ਕੀ ਹੈ ਇੱਕ ਸਿੰਗਲ ਕਾਪੀ ਕੱਢਦੇ ਹੈਗੇ ਆ, ਪਰ ਇਹਦੇ 'ਚ ਕੀ ਐਡਵਾਂਟੇਜ ਕੀ ਹੈ, ਇਹਦੇ ਤੁਸੀਂ ਕਾਰਬਨ ਪੇਪਰ ਰੱਖ ਕੇ ਵੀ ਪ੍ਰਿੰਟ ਕਰ ਸਕਦੇ ਆ, ਕਿਉਂਕਿ ਇਹ 'ਚ ਚੀਜ਼ ਸਟਾਈਕ ਹੋ ਰਹੀ ਹੈ। ਤੁਸੀਂ ਦੇਖਿਆ ਹੋਏਗਾ ਜੇ ਆਪਾਂ ਕਾਰਬਨ ਪੇਪਰ ਜਦੋਂ ਆਪਾਂ 2 ਪੇਜਾਂ 'ਚ ਕਾਰਬਨ ਪੇਪਰ ਲਗਾਉਣੇ ਹੈਗੇ ਆ, ਆਪਾਂ ਜੇ ਜ਼ੋਰ ਨਾਲ ਲਿਖਦੇ ਹਾਂ ਤਾਂ ਨੀਚੇ ਪ੍ਰਿੰਟ ਹੋ ਜਾਂਦਾ। ਸੋ ਇਹਦੇ 'ਚ ਤਾਂ ਇੰਪੈਕਟ ਹੋਣਾ ਹੈਗਾ, ਤਾਂ ਨੈਚੁਰਲੀ ਕੀ ਹੈ ਕਾਰਬਨ ਮਲਟੀਪਲ ਪੇਜ ਆਪਾਂ ਪ੍ਰਿੰਟ ਕਰਾ ਸਕਦੇ ਐਟ ਏ ਟਾਈਮ, ਮਲਟੀਪਲ ਕਾਪੀਜ਼ ਯੂਜ਼ਿੰਗ ਕਾਰਬਨ ਪੇਪਰ ਰੱਖ ਕੇ ਆਪਾਂ ਕੀ ਪ੍ਰਿੰਟਿੰਗ ਕਰ ਸਕਦੇ ਹੈਗੇ ਆ, ਇੱਕ ਤੋਂ ਵੱਧ ਪੇਜ ਐਟ ਏ ਟਾਈਮ ਆਪਾਂ ਪ੍ਰਿੰਟ ਕਰ ਸਕਦੇ ਹੈਗੇ ਆ। ਦੂਸਰਾ ਕੀ ਹੈ, ਕੰਟੀਨਿਊਸ ਪੇਜ ਯੂਜ਼ ਕਰ ਸਕਦੇ ਆ, ਕੰਟੀਨਿਊਸ ਰੋਲ ਆਫ ਪੇਪਰ। ਹੁਣ ਤੁਸੀਂ ਲੇਜ਼ਰ ਪ੍ਰਿੰਟਰ ਯੂਜ਼ ਕਰਦੇ ਹੋ, ਉਹਦੇ 'ਚ ਕੀ ਆਪਾਂ ਇੱਕ ਇੱਕ ਕਰਕੇ ਪੇਜ ਪਾਉਣੇ ਜਾਂ ਇਕੱਠੇ ਰੱਖ ਦਿੰਦੇ ਹਾਂ, ਪਰ ਇਹਦੇ 'ਚ ਕੀ ਆ ਪਹਿਲਾਂ ਪੇਜ ਹੁੰਦੇ ਸੀ, ਅੱਜ ਕੱਲ੍ਹ ਤੁਸੀਂ ਦੇਖੇ ਹੋਣੇ ਕਈ ਵਾਰ ਤੁਸੀਂ ਮਾਲਸ ਦੇ ਵਿੱਚ ਵੀ ਦੇਖੇ ਹੋਣਗੇ, ਉਹਨਾਂ ਨੇ ਪੇਜ ਦਾ ਇੱਕ ਬੰਡਲ ਰੱਖਿਆ ਹੁੰਦਾ ਜਿਹੜੇ ਆਪਸ 'ਚ ਕਨੈਕਟਡ ਹੁੰਦੇ ਆ ਪੇਜ, ਇੱਦਾਂ ਕਰਕੇ ਡਾਟਸ ਦੇ ਨਾਲ ਇੱਥੇ ਫੇਰ ਕਨੈਕਟਡ ਹੁੰਦੇ ਆ, ਇੱਦਾਂ ਕਨੈਕਟਡ ਹੁੰਦੇ ਆ, ਇੱਕ ਪੇਜ ਇਨਸਰਟ ਕਰ ਦਿੰਦੇ ਆ, ਬਾਕੀ ਆਟੋਮੈਟਿਕਲੀ ਇੱਕ ਰੋਲ ਚੱਲਦਾ ਰਹਿੰਦਾ ਹੈਗਾ, ਅਤੇ ਜਦੋਂ ਖਤਮ ਹੋ ਜਾਂਦਾ ਨਵਾਂ ਰੋਲ ਰੱਖ ਦਿੰਦੇ ਆ, ਕੰਟੀਨਿਊਸਲੀ ਯੂਜ਼ ਕਰ ਸਕਦੇ ਆ। ਇਹ ਰਿਲਾਇਬਲ ਹੁੰਦੇ ਜ਼ਿਆਦਾ, ਕਿਉਂਕਿ ਇਹਦੀ ਲਾਈਫ ਜ਼ਿਆਦਾ ਹੁੰਦੀ ਸੀ, ਕਾਫੀ ਠੀਕ ਰਹਿੰਦੇ ਸੀਗੇ, ਅਤੇ ਇੰਕ ਰਿਬਨ ਦੀ ਵੀ ਕਾਫੀ ਲਾਈਫ ਹੁੰਦੀ ਸੀਗੀ, ਕਾਫੀ ਟਾਈਮ ਕੱਢ ਜਾਂਦੇ ਸੀ। ਇਹਦੇ ਡਿਸਐਡਵਾਂਟੇਜ ਕੀ ਹੈ, ਡਿਸਐਡਵਾਂਟੇਜ ਨੈਚੁਰਲੀ ਕੋਈ ਵੀ ਪ੍ਰਿੰਟਰ ਇੱਦਾਂ ਦਾ ਕੋਈ ਡਿਵਾਈਸ ਇੱਦਾਂ ਨਹੀਂ ਐਡਵਾਂਟੇਜ ਡਿਸਐਡਵਾਂਟੇਜ ਹੁੰਦੇ ਹੈਗੇ। ਇਹਦੀ ਕੀ ਸਭ ਤੋਂ ਵੱਡਾ ਡਿਸਐਡਵਾਂਟੇਜ ਕੀ ਹੈ, ਨੋਇਜ਼ੀ ਹੈ। ਨੋਇਜ਼ੀ ਦਾ ਮਤਲਬ ਕੀ ਹੈ, ਜਦੋਂ ਵੀ ਕਿਉਂਕਿ ਨੈਚੁਰਲੀ ਇਹ 'ਚ ਸਟ੍ਰਾਈਕ ਕਰ ਰਹੀ ਕੋਈ ਚੀਜ਼, ਤਾਂ ਇਹ ਕੀ ਹੋਏਗਾ, ਇਹ ਜਦੋਂ ਪ੍ਰਿੰਟਿੰਗ ਕਰੋਗੇ ਤੁਸੀਂ ਤਾਂ ਇਹ ਨੋਇਜ਼ ਆਏਗੀ ਤੁਹਾਨੂੰ, ਜਿਹੜੀ ਕਿ ਲੇਜ਼ਰ ਪ੍ਰਿੰਟਰ ਵਗੈਰਾ 'ਚ ਨਹੀਂ ਹੁੰਦੀ ਹੈਗੀ ਹੈ। ਇਹਦੀ ਸਲੋ ਪ੍ਰਿੰਟਿੰਗ ਸਪੀਡ ਹੈ, ਸਲੋ ਪ੍ਰਿੰਟਿੰਗ ਸਪੀਡ ਸਲੋ ਆ, ਕਿਉਂਕਿ ਕੀ ਹੈ, ਕਿਉਂਕਿ ਬਿਲਕੁਲ ਹੀ ਕਿਉਂਕਿ ਡਾਟ ਬਾਈ ਡਾਟ ਪ੍ਰਿੰਟ ਕਰਦਾ, ਇਸ ਕਰਕੇ ਪ੍ਰਿੰਟਿੰਗ ਸਪੀਡ ਸਲੋ ਹੈ। ਰੈਜ਼ੋਲੂਸ਼ਨ ਘੱਟ ਹੈਗੀ ਇਹਦੀ, ਲੋ ਰੈਜ਼ੋਲੂਸ਼ਨ। ਦੈਨ ਪੇਪਰ ਜੈਮ ਹੋ ਸਕਦਾ ਹੈਗਾ, ਪੇਪਰ ਜੈਮ ਕੈਨ ਅਕਰ। ਪੇਪਰ ਜੈਮ ਮੀਨਸ ਕੀ ਕਈ ਵਾਰ ਪੇਪਰ ਫਸ ਜਾਂਦੇ ਵਿੱਚ, ਉਹਨੂੰ ਪੇਪਰ ਜੈਮ ਕਹਿ ਦਿੰਦੇ ਹੈਗੇ ਆ। ਦੈਨ ਲਿਮਟਿਡ ਕਲਰ ਪ੍ਰਿੰਟਿੰਗ, ਲਿਮਟਿਡ ਕਲਰ ਪ੍ਰਿੰਟਿੰਗ। ਸੋ ਕਿਉਂਕਿ ਇੱਥੇ ਪ੍ਰਿੰਟਿੰਗ ਤਾਂ ਡਿਪੈਂਡ ਕਰੇਗਾ ਤੁਸੀਂ ਜਿਹੜਾ ਰਿਬਨ ਪਾਇਆ, ਜਿਹੜਾ ਕਲਰ ਦਾ ਰਿਬਨ ਆ ਉਹ ਹੀ ਪ੍ਰਿੰਟ ਹੋਏਗਾ। ਜੇ ਤੁਸੀਂ ਮਲਟੀ ਕਲਰਡ ਚਾਹੁੰਦੇ ਹੋ ਤਾਂ ਇਹ 'ਚ ਪੋਸੀਬਲ ਨਹੀਂ ਹੈ, ਇਹ ਜ਼ਿਆਦਾਤਰ ਬਲੈਕ ਐਂਡ ਵਾਈਟ ਜਾਂ ਕਿਸੇ ਪਾਰਟੀਕੂਲਰ ਕਲਰ 'ਚ ਆਪਾਂ ਪ੍ਰਿੰਟ ਕਰ ਸਕਦੇ ਸੀਗੇ। ਸੋ ਫੈਨ ਫੋਲਡ ਜਾਂ ਸਪੈਸ਼ਲ ਪੇਜਸ ਵਾਸਤੇ ਜ਼ਿਆਦਾ ਵਧੀਆ ਸੀ, ਜਿਹੜੇ ਕੰਟੀਨਿਊਸਲੀ ਰੋਲ ਵਾਸਤੇ ਵਧੀਆ ਸੀ, ਇਹ ਸਿੰਗਲ ਪੇਜ ਵਾਸਤੇ ਸੂਟੇਬਲ ਨਹੀਂ ਹੈ, ਨਾਟ ਸੂਟੇਬਲ ਫਾਰ ਸਿੰਗਲ ਪੇਜ, ਸਿੰਗਲ ਸ਼ੀਟ। ਜੇ ਸਿੰਗਲ ਸ਼ੀਟ ਦੀ ਪ੍ਰਿੰਟਿੰਗ ਕਰਾਉਣੀ ਹੈ, ਜਿਸ ਤਰ੍ਹਾਂ ਤੁਸੀਂ ਲੇਜ਼ਰ 'ਚ ਕਰਾਉਣੇ ਆ, ਤਾਂ ਇਹਦੇ 'ਚ ਹੀ ਹੈ ਉਹ ਪੋਸੀਬਲ ਨਹੀਂ ਹੈ, ਕਾਫੀ ਤੁਹਾਨੂੰ ਕਿਉਂਕਿ ਗ੍ਰਿਪਿੰਗ ਨਹੀਂ ਹੁੰਦੀ ਇਹਦੇ 'ਚ। ਦੈਨ ਕਨੈਕਸ਼ਨ, ਇਸ ਤੋਂ ਬਾਅਦ ਆ ਜਾਂਦਾ ਲਾਸਟ ਇਹਦਾ ਆ ਜਾਂਦਾ ਟੋਪਿਕ, ਇਹ ਕਨੈਕਸ਼ਨ ਕਿਸ ਤਰ੍ਹਾਂ ਲੱਗਦਾ ਹੈਗਾ। ਅੱਜ ਕੱਲ੍ਹ ਤਾਂ ਤੁਸੀਂ ਜ਼ਿਆਦਾਤਰ ਕਨੈਕਸ਼ਨ ਦਾ ਮਤਲਬ ਕੀ ਹੈ, ਤੁਸੀਂ ਪ੍ਰਿੰਟਰ ਨੂੰ ਜੇ ਕਨੈਕਟ ਕਰਾਉਣਾ ਹੈਗਾ ਤਾਂ ਕਨੈਕਟ ਕਰਨ ਲਈ ਜਾਂ ਇੰਟਰਫੇਸ, ਕਨੈਕਸ਼ਨ ਔਰ ਇੰਟਰਫੇਸ ਕਿਵੇਂ ਕਨੈਕਟ ਕਰਨਾ ਹੈਗਾ। ਅੱਜ ਕੱਲ੍ਹ ਤੁਸੀਂ ਦੇਖਿਆ ਜਿਹੜੇ ਲੇਜ਼ਰ ਪ੍ਰਿੰਟਰ ਵਗੈਰਾ, ਉਹਦੇ ਤਾਂ 2 ਕੇਬਲਸ ਹੁੰਦੀ ਹੈਗੀ, ਇੱਕ ਕੇਬਲ ਹੁੰਦੀ ਹੈ ਇੱਕ ਐਂਡ ਪ੍ਰਿੰਟਰ 'ਤੇ ਲੱਗਦਾ ਅਤੇ ਕੰਪਿਊਟਰ 'ਤੇ ਲੱਗਦਾ। ਜਿਹੜਾ ਕੰਪਿਊਟਰ 'ਤੇ ਲੱਗਦਾ ਹੈਗਾ ਉਹ ਸੋਰੀ ਪ੍ਰਿੰਟਰ 'ਚ ਲੱਗਦਾ ਜ਼ਿਆਦਾਤਰ USB ਵਗੈਰਾ ਹੁੰਦਾ ਸੀਗਾ, ਪਰ ਜਿਹੜਾ ਇਹ ਡਾਟਮੈਟਿਕ ਪ੍ਰਿੰਟਰ ਹੈਗੇ ਆ, ਇਹਦੇ 'ਚ 2 ਕੇਬਲ ਜਿਹੜੀ ਹੁੰਦੀ ਸੀਗੀ, ਇੱਕ ਤਾਂ ਪਾਵਰ ਕੇਬਲ ਹੁੰਦੀ ਹੈਗੀ ਆ, ਇੱਕ ਡਾਟਾ ਕੇਬਲ। ਮੇਨਲੀ ਜਿਹੜੀ ਡਾਟਾ ਕੇਬਲ ਹੈ ਉਹ 25 ਪਿਨਸ ਕਨੈਕਟਰ ਹੁੰਦਾ ਸੀ ਇੱਕ ਸਾਈਡ 'ਤੇ, ਅਤੇ ਦੂਜੀ 1 ਸਾਈਡ, ਅਤੇ ਜਿਹੜੀ ਦੂਸਰੀ ਸਾਈਡ ਹੁੰਦੀ ਸੀਗੀ ਉਹ 36 ਪਿਨ ਕਨੈਕਟਰ ਹੁੰਦਾ ਸੀ। ਸੋ ਅੱਜ ਕੱਲ੍ਹ ਇਹ ਯੂਜ਼ ਨਹੀਂ ਕੀਤਾ ਜਾਂਦੇ ਬਹੁਤੇ। ਸੋ ਕਨੈਕਸ਼ਨ ਲਈ ਕੀ ਹੁੰਦਾ ਸੀਗਾ, ਇੱਕ ਸਾਈਡ ਜਿਹੜੀ ਲੱਗਦੀ ਹੁੰਦੀ ਸੀ, ਜਿਹੜੀ ਪ੍ਰਿੰਟਰ ਦੀ ਸਾਈਡ ਲੱਗਦੀ ਸੀਗੀ, ਉਹ 36 ਪਿਨ ਹੁੰਦਾ ਸੀ, ਕੰਪਿਊਟਰ ਸਾਈਡ 'ਤੇ 25 ਪਿਨ ਹੁੰਦਾ ਸੀ। ਸੋ ਕੇਬਲ
ਜਿਹੜੀ ਲੱਗਦੀ ਸੀ ਡਾਟਾ ਕੇਬਲ ਹੁੰਦੀ ਸੀ। ਸੋ ਇਹ ਵਾਲੀ ਕੇਬਲ ਕੰਪਿਊਟਰ ਨੂੰ ਆਪਣੇ ਡਾਟਮੈਟਿਕ ਪ੍ਰਿੰਟਰ ਨਾਲ ਕਨੈਕਟ ਕਰਨ ਲਈ ਆਪਾਂ ਯੂਜ਼ ਕਰਦੇ ਸੀ।